ਬ੍ਰੇਨ ਔਨ ਟੀਵੀ ਦੇ ਸਤਿਕਾਰਤ ਸਰੋਤਿਆਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਬਹੁਤ ਮਹੱਤਵਪੂਰਨ ਗੱਲ ਕਰਨ ਜਾ ਰਹੇ ਹਾਂ। ਸੰਗਰੂਰ ਦੀ ਆਉਣ ਵਾਲੀ ਜ਼ਿਮਨੀ ਚੋਣ ਦੇ ਵਿੱਚ ਅਖਾੜਾ ਬਹੁਤ ਭਖਿਆ ਹੋਇਆ ਹੈ। ਇੱਕ ਦੂਜੇ 'ਤੇ ਇਲਜ਼ਾਮ ਤਰਾਸ਼ੀ ਹੋ ਰਹੀ ਆ, ਇੱਕ ਦੂਜੇ ਨੂੰ ਭੰਡਿਆ ਜਾ ਰਿਹਾ। ਪਰ ਮੇਰਾ ਕਿਸੇ ਪਾਰਟੀ ਦੇ ਨਾਲ ਨਾ ਤਾਂ ਕੋਈ ਰਿਸ਼ਤਾ ਹੈ, ਨਾ ਕੋਈ ਗੁੱਸਾ ਹੈ, ਨਾ ਕੋਈ ਗਿਲਾ ਹੈ, ਨਾ ਕੋਈ ਪਿਆਰ ਹੈ। ਇੱਕ ਗੱਲ ਮੈਨੂੰ ਬਹੁਤ ਦੁਖਦਾਈ ਹੋਈ ਜਦ ਕਿ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਇੱਕ ਸਟੇਟਮੈਂਟ ਦਿੱਤੀ, ਜਿਸ ਸਟੇਟਮੈਂਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਤਲਵਾਰ ਚੱਕੀ ਫਿਰਦਾ ਹੈ ਅਤੇ ਅਸੀਂ ਪਿਆਰ ਦੀ ਗੱਲ ਕਰਦੇ ਹਾਂ, ਉਹ ਤਲਵਾਰ ਦੀ। ਇਹ ਗੱਲ ਮੈਨੂੰ ਬਹੁਤ ਜ਼ਿਆਦਾ ਦੁਖਦਾਈ ਲੱਗੀ। ਮੈਂ ਕਿਸੇ ਵੀ ਢੰਗ ਤੋਂ, ਕਿਸੇ ਵੀ ਪਾਸਿਓਂ, ਕਿਸੇ ਵੀ ਐਂਗਲ ਤੋਂ ਸਿਮਰਜੀਤ ਸਿੰਘ ਮਾਨ ਨੂੰ ਡਿਫੈਂਸ ਨਹੀਂ ਕਰ ਰਿਹਾ। ਲੋਕਾਂ ਦੀ ਆਪਣੀ ਮਰਜ਼ੀ, ਜਿਹਨੂੰ ਮਰਜ਼ੀ ਵੋਟ ਦੇਣ, ਜਿਹਨੂੰ ਨਾ ਦੇਣ। ਪਰ ਮੈਂ ਇੱਕ ਗੱਲ ਪੰਜਾਬ ਦੇ ਚੀਫ ਮਿਨਿਸਟਰ ਨੂੰ ਦੱਸਣਾ ਚਾਹੁੰਦਾ ਕਿ ਉਸ ਨੇ ਜਿਹੜੀ ਇਹ ਤਲਵਾਰ ਦੀ ਗੱਲ ਕੀਤੀ, ਤਲਵਾਰ ਨਹੀਂ, ਇਹ ਕਿਰਪਾਨ ਹੈ। ਇਸ ਦੀ ਕੋਨੋਟੇਸ਼ਨ ਬਦਲ ਦਿੱਤੀ ਸਿੱਖਾਂ ਨੇ। ਜਿਹੜੀ ਕਿਰਪਾਨ ਆ ਉਹ ਸਾਡੇ ਧਾਰਮਿਕ ਅੰਗ ਹੈ, ਸਾਡਾ ਧਾਰਮਿਕ ਅੰਗ ਹੈ। ਉਸ ਨੇ ਸਾਡੇ ਨਾਲ ਹਮੇਸ਼ਾ ਰਹਿਣਾ ਹੈ। ਇਹ ਸਾਨੂੰ ਗੁਰੂ ਦੀ ਦਿੱਤੀ ਹੋਈ ਸਪਿਰਚੁਅਲ ਸਿੰਬਲ ਹੈ ਸਿੱਖਾਂ ਦਾ। ਤੋ ਭਗਵੰਤ ਮਾਨ ਨੇ ਜਿਹੜੀ ਇਹ ਗੱਲ ਕਹੀ ਹੈ, ਇਹ ਬਿਲਕੁਲ ਸਿੱਖੀ ਸਿਧਾਂਤਾਂ ਦੇ ਉਲਟ ਕਹੀ ਹੋਈ ਗੱਲ ਹੈ। ਮੈਨੂੰ ਇਸ ਗੱਲ 'ਤੇ ਦੁੱਖ ਹੁੰਦਾ ਕਿ ਚੀਫ ਮਿਨਿਸਟਰ ਹੋਵੇ ਪੰਜਾਬ ਦਾ ਅਤੇ ਉਹਨੂੰ ਮਤਲਬ ਛੋਟੇ ਮੋਟੇ ਜਿਹੜੇ ਬੇਸਿਕ ਫੰਡਾਮੈਂਟਲਸ ਆ ਸਿੱਖੀਜ਼ਮ ਦੇ, ਉਸ ਦੇ ਬਾਰੇ ਵੀ ਉਹ ਸੁਚੇਤ ਨਾ ਹੋਵੇ। ਇਸ ਗੱਲ ਨੇ ਜਿਹੜੇ ਸਿੱਖੀ ਨੂੰ ਸਮਰਪਿਤ ਲੋਕ ਹੈ, ਜਿਹੜੇ ਥੋੜ੍ਹੀ ਬਹੁਤੀ ਸਿੱਖੀ ਬਾਰੇ ਸੂਝ-ਬੂਝ ਰੱਖਦੇ ਆ, ਉਹਨਾਂ ਦੇ ਹਿਰਦਿਆਂ ਨੂੰ ਬਹੁਤ ਬੁਰੀ ਤਰ੍ਹਾਂ ਬਲੂੰਦਰਿਆ। ਭਗਵੰਤ ਮਾਨ ਨੂੰ ਇਸ ਕਿਸਮ ਦੀ ਸਟੇਟਮੈਂਟ ਦੇਣ ਤੋਂ ਪਹਿਲਾਂ ਕਿਸੇ ਵੀ ਸਿੱਖ ਤੋਂ ਪੁੱਛ ਲੈਣਾ ਚਾਹੀਦਾ ਵੀ ਮੈਂ ਆਹ ਗੱਲ ਕਰਨ ਲੱਗਿਆ ਕਰਦਿਆਂ ਜਾਂ ਨਾ ਕਰਦਿਆਂ। ਆਪ ਮਹਾਂਦਰੇ ਕਿਸੇ ਧਰਮ ਦੇ ਫੰਡਾਮੈਂਟਲਸ ਦੇ ਉੱਤੇ ਸਟੇਟਮੈਂਟ ਦੇ ਦੇਣੀ, ਇਹ ਮੈਂ ਸਮਝਦਾ ਉਸ ਦੀ ਬੇਸਮਝੀ ਹੈ। ਉਸ ਨੂੰ ਸਿੱਖੀ ਬਾਰੇ ਕੁਛ ਪਤਾ ਨਹੀਂ, ਸਿਵਾਏ ਇਸ ਤੋਂ ਕਿ ਉਸ ਨੇ ਸਿਰ ਦੇ ਉੱਤੇ ਪੱਗ ਰੱਖੀ ਹੋਈ ਹੈ। ਔਰ ਉਸ ਦੀ ਸਮਰਪਿਤਾ ਜਿਹੜੀ ਹੈ ਉਹ ਕੇਜਰੀਵਾਲ ਦੇ ਨਾਲ ਆ, ਹੋਣੀ ਚਾਹੀਦੀ ਸੀ ਸਿੱਖੀ ਦੇ ਨਾਲ, ਹੋਣੀ ਚਾਹੀਦੀ ਸੀ ਪੰਜਾਬ ਦੇ ਨਾਲ। ਹੁਣ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹ ਕਿਰਪਾਨ ਦੀ ਕੀ ਮਹੱਤਤਾ ਹੈ, ਕਿਉਂ ਗੁਰੂ ਨੇ ਕਿਰਪਾਨ ਨੂੰ ਇੱਕ ਬਹੁਤ ਬੜਾ ਇਨਸਿਗਨੀਆ ਸਮਝਿਆ। ਇਸ ਬਾਰੇ ਥੋੜ੍ਹਾ ਜਿਹਾ ਇਹਦਾ ਪਿਛੋਕੜ ਅਤੇ ਇਸ ਦੀ ਸਾਰੀ ਜਿਹੜੀ ਇੰਪੋਰਟੈਂਸ ਹੈ, ਸਿਗਨੀਫਿਕੈਂਸ ਹੈ, ਉਸ ਬਾਰੇ ਦੱਸਣਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਸਿੱਖੀ ਸਿਧਾਂਤ ਆ ਉਸ ਦੇ ਵਿੱਚ ਮੀਰੀ ਪੀਰੀ ਦੀ ਗੱਲ ਕੀਤੀ ਹੈ। ਇਸ ਸਮਾਜ ਦੇ ਵਿੱਚ ਵਿਚਰਨ ਦੀ ਗੱਲ ਕੀਤੀ ਹੈ। ਇਸ ਸਮਾਜ ਨੂੰ ਛੱਡ ਕੇ ਬਾਹਰ ਜਾਣ ਦੀ ਗੱਲ ਨਹੀਂ ਕੀਤੀ। ਉਸ ਨੇ ਨਿੰਦਿਆ ਹੈ ਉਹਨਾਂ ਲੋਕਾਂ ਨੂੰ ਜਿਹੜੇ ਆਪਣੀ ਪਰਸਨਲ ਸਾਲਵੇਸ਼ਨ ਦੇ ਲਈ, ਜ਼ਾਤੀ ਸਾਲਵੇਸ਼ਨ ਦੇ ਲਈ ਇਸ ਦੁਨੀਆ ਨੂੰ, ਇਸ ਸਮਾਜ ਨੂੰ ਛੱਡ ਕੇ ਜੰਗਲਾਂ ਵਿੱਚ, ਪਹਾੜਾਂ ਦੇ ਵਿੱਚ, ਹੋਰ ਇਸ ਕਿਸਮ ਦੀ ਜਗ੍ਹਾ ਦੇ ਉੱਤੇ ਜਾ ਕੇ ਬੈਠਦੇ ਆ ਕਿ ਸਾਡੀ ਸਾਲਵੇਸ਼ਨ ਹੋ ਜੇ। ਗੁਰੂ ਨਾਨਕ ਪਾਤਸ਼ਾਹ ਯੂਨੀਵਰਸਲ ਸਾਲਵੇਸ਼ਨ ਦੀ ਗੱਲ ਕਰਦੇ ਆ, ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਆ, ਸਰਬੱਤ ਦੇ ਭਲੇ ਦੀ ਗੱਲ ਕਰਦੇ ਆ। ਤੋ ਇਸ ਕਰਕੇ ਸਾਡਾ ਵਿਰੋਧ ਹੈ ਉਸ ਵਿਚਾਰਧਾਰਾ ਦੇ ਨਾਲ ਜਿਹੜੀ ਵਿਚਾਰਧਾਰਾ ਪਰਸਨਲ ਸਾਲਵੇਸ਼ਨ ਦੀ ਗੱਲ ਕਰਦੀ ਆ, ਗੁਰੂ ਯੂਨੀਵਰਸਲ ਸਾਲਵੇਸ਼ਨ ਦੀ ਗੱਲ ਕਰਦਾ। ਅਸੀਂ ਇਸ ਸਮਾਜ ਦੇ ਵਿੱਚ ਰਹਿ ਕੇ, ਇਸ ਸਮਾਜ ਦੇ ਜਿਹੜੇ ਈਵਲਸ ਹੈ, ਇਸ ਸਮਾਜ ਦੇ ਵਿੱਚ ਜਿਹੜੇ ਬੁਰੀਆਂ ਚੀਜ਼ਾਂ ਹੋ ਰਹੀਆਂ, ਜ਼ੁਲਮੋ ਸਿਤਮ ਹੋ ਰਿਹਾ, ਊਚ ਨੀਚ ਹੈ, ਪੱਖਪਾਤ ਹੈ, ਲਤੜਾ ਹੋਇਆ ਸਮਾਜ ਹੈ, ਉਹਦੇ ਹੱਕ ਦੇ ਵਿੱਚ ਖੜ੍ਹਾ ਹੋਣਾ, ਉਹਦੇ ਹੱਕ ਦੇ ਵਿੱਚ ਖੜ੍ਹਾ ਹੋ ਕੇ ਉਸ ਨੂੰ ਵੀ ਬਰਾਬਰਤਾ ਦੇ ਲੈਵਲ 'ਤੇ ਲੈ ਕੇ ਆਉਣਾ
ਔਰ ਈਵਲ ਦੇ ਖਿਲਾਫ ਹਮੇਸ਼ਾ ਲਈ ਅਸੀਂ ਜਦੋਜਹਿਦ ਕਰਨੀ ਆ, ਅਸੀਂ ਉਸ ਦੇ ਖਿਲਾਫ ਲੜਨਾ, ਅਸੀਂ ਉਸ ਨੂੰ ਨਿੰਦਣਾ, ਅਸੀਂ ਉਸ ਨੂੰ ਰਿਜੈਕਟ ਕਰਨਾ। ਗੁਰੂ ਹਰਗੋਬਿੰਦ ਮਹਾਰਾਜ ਨੇ ਇਹ ਗੱਲ ਨੂੰ ਸਪਸ਼ਟ ਕਰਨ ਦੇ ਲਈ, ਇਹ ਗੱਲ ਨੂੰ ਮਤਲਬ ਲੋਕਾਂ ਨੂੰ ਸਮਝਾਉਣ ਦੇ ਲਈ, ਆਪਣੇ ਪੈਰੋਕਾਰਾਂ ਨੂੰ ਇਹ ਗੱਲ ਕਲੀਅਰ ਕਰਨ ਦੇ ਲਈ ਮਹਾਰਾਜ ਨੇ ਜਾਣ ਬੁੱਝ ਕੇ 2 ਤਲਵਾਰਾਂ ਪਾਈਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਇਸੇ ਕਰਕੇ ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ ਤਾਂ ਕੀ ਦੇਖਦੇ ਹਾਂ, ਸ਼੍ਰੀ ਅਕਾਲ ਤਖਤ ਸਾਹਿਬ ਔਰ ਸ਼੍ਰੀ ਦਰਬਾਰ ਸਾਹਿਬ ਦੇ ਵਿਚਾਲੇ 2 ਨਿਸ਼ਾਨ ਸਾਹਿਬ ਆ, ਔਰ 2 ਨਿਸ਼ਾਨ ਸਾਹਿਬ ਜੋੜੇ ਗਏ ਆ, ਵਿੱਚ ਖੰਡਾ ਹੈ। ਤੋ ਦੋਨਾਂ ਜਿਹੜੇ ਨਿਸ਼ਾਨ ਸਾਹਿਬ ਆ ਉਹ ਸੰਕੇਤਕ ਹੈਗੇ। ਕੀ ਜ਼ਰੂਰਤ ਪਈ 2 ਨਿਸ਼ਾਨ ਸਾਹਿਬ ਲਾਉਣ ਦੀ? ਕੀ ਜ਼ਰੂਰਤ ਪਈ ਉਹਨਾਂ ਨੂੰ ਜੋੜਨ ਦੀ ਵਿਚਾਲੇ ਜਿਸ ਦੇ ਵਿੱਚ ਖੰਡਾ ਹੈ? ਇਹ ਗੱਲ ਦੱਸਣ ਲਈ, ਇਹ ਗੱਲ ਸਮਝਾਉਣ ਲਈ, ਇਹ ਗੱਲ ਲੋਕਾਂ ਦੇ ਮਨ ਦੇ ਵਿੱਚ ਵਸਾਉਣ ਦੇ ਲਈ ਕਿ ਸਾਡੇ ਮੀਰੀ ਪੀਰੀ ਦਾ ਇੱਕੋ ਹੀ ਸਿਧਾਂਤ ਹੈ, ਸਾਡੇ 2 ਸਿਧਾਂਤ ਨਹੀਂ। ਅਸੀਂ ਕਦੇ ਵੀ ਉਸ ਚੀਜ਼ ਨੂੰ ਵੱਖਰੇ ਰੂਪ 'ਚ ਨਾ ਮੀਰੀ ਨੂੰ ਵੱਖਰੇ ਕਰਕੇ ਦੇਖਣਾ, ਨਾ ਪੀਰੀ ਨੂੰ ਵੱਖਰੇ ਕਰਕੇ ਰਿਲੀਜਨ ਅਤੇ ਜਿਹੜੀ ਸਾਡੀ ਇੰਪੀਰੀਕਲ ਲਾਈਫ ਹੈ, ਦੁਨਿਆਵੀ ਜ਼ਿੰਦਗੀ ਹੈ, ਉਹ ਸਾਡੀ ਮਤਲਬ ਇੱਕੋ ਹੀ ਚੀਜ਼ ਹੈ। ਅਸੀਂ ਧਰਮ ਨੂੰ ਆਪਣੀ ਮਾਨਸਿਕਤਾ ਦੇ ਵਿੱਚ ਪਾ ਕੇ ਇਸ ਸਮਾਜ ਦੇ ਵਿੱਚ ਵਿਚਰਨਾ ਔਰ ਇਹ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਉਹਨਾਂ ਦੇ ਖਿਲਾਫ ਵਿਰੋਧ ਕਰਨਾ, ਉਹਨਾਂ ਦੇ ਖਿਲਾਫ ਸਟਰਗਲ ਕਰਨੀ, ਉਹਨਾਂ ਦੇ ਖਿਲਾਫ ਜਦੋਜਹਿਦ ਕਰਨਾ, ਇਹ ਸਾਡਾ ਗੁਰੂ ਦਾ ਦਿੱਤਾ ਹੋਇਆ ਵਿਰਸਾ, ਗੁਰੂ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਜਿਹੜੇ ਲੋਕ ਦੇ ਮਤਲਬ ਸਮਾਜ ਨੂੰ ਛੱਡ ਕੇ ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਹੋਰ ਮਠਾਂ ਦੇ ਵਿੱਚ ਜਾ ਕੇ ਬੈਠੇ ਰਹਿੰਦੇ ਆ, ਉਹ ਕੀ ਗੱਲ ਹੈ? ਉਹ ਲੋਕ ਸਮਾਜ ਦੇ ਵਿੱਚ ਜੋ ਈਵਲ ਐਗਜ਼ਿਸਟ ਕਰ ਰਿਹਾ, ਉਸ ਤੋਂ ਡਰਦੇ ਹੋਏ, ਉਸ ਦੇ ਖਿਲਾਫ ਲੜਨ ਤੋਂ ਮੁਨਕਰ ਹੁੰਦੇ ਹੋਏ ਉਹ ਚਲੇ ਜਾਂਦੇ ਆ, ਪਹਾੜਾਂ ਦੇ ਵਿੱਚ ਚਲੇ ਜਾਂਦੇ ਆ, ਜੰਗਲਾਂ ਦੇ ਵਿੱਚ ਚਲੇ ਜਾਂਦੇ ਆ, ਇਸ ਤਰੀਕੇ ਨਾਲ ਮਠਾਂ ਵਿੱਚ ਜਾ ਕੇ ਬੈਠ ਜਾਂਦੇ ਆ। ਉਹ ਸਮਝਦੇ ਆ ਵੀ ਉੱਥੇ ਬੈਠਣ ਦੇ ਨਾਲ, ਉੱਥੇ ਤੁਸੀਂ ਰੱਬ ਦਾ ਨਾਮ ਲੈਣ ਦੇ ਨਾਲ ਇਸ ਸਮਾਜ ਦਾ ਜਿਹੜਾ ਈਵਲ ਆ ਉਹ ਐਲੀਮੀਨੇਟ ਹੋ ਜਾਏਗਾ, ਖਤਮ ਹੋ ਜਾਏਗਾ। ਉਹ ਹੁੰਦਾ ਨਹੀਂ। ਉਸ ਤੋਂ ਅੱਗੇ ਚੱਲ ਕੇ 10ਵੇਂ ਪਾਤਸ਼ਾਹ ਨੇ ਕੀ ਕੀਤਾ? ਖਾਲਸੇ ਦੀ ਸਿਰਜਣਾ ਕੀਤੀ। ਖਾਲਸਾ ਕੀ ਚੀਜ਼ ਹੈ? ਫੁਲਫਿਲਮੈਂਟ ਆਫ ਗੁਰੂ ਨਾਨਕਸ ਮਿਸ਼ਨ। ਗੁਰੂ ਨਾਨਕ ਦਾ ਜਿਹੜਾ ਮਿਸ਼ਨ ਹੈ ਉਸ ਦੀ ਫੁਲਫਿਲਮੈਂਟ ਹੈ, ਔਰ ਉਹ ਕਿਤਨੀ ਖੂਬਸੂਰਤ ਫੁਲਫਿਲਮੈਂਟ ਆ, ਜਿਹੜਾ ਕਿ ਦੁਨੀਆ ਦੇ ਵਿੱਚ ਇੱਕ ਯੂਨੀਕ ਚੀਜ਼ ਆ। ਹੁਣ ਕੀ ਚੀਜ਼ ਆ? ਹਰ ਦੁਨੀਆ ਦਾ ਧਰਮ ਸਿੱਖਿਜ਼ਮ ਤੋਂ ਬਗੈਰ, ਸਿੱਖਿਜ਼ਮ ਤੋਂ ਇਲਾਵਾ, ਚਾਹੇ ਉਹ ਹਿੰਦੂਇਜ਼ਮ ਆ, ਚਾਹੇ ਜੈਨਿਜ਼ਮ ਆ, ਚਾਹੇ ਬੁੱਧਿਜ਼ਮ ਆ, ਚਾਹੇ ਇਸਲਾਮ ਆ, ਚਾਹੇ ਕ੍ਰਿਸਚੈਨਿਟੀ ਆ, ਚਾਹੇ ਜੂਡਾਇਜ਼ਮ ਆ ਜਾਂ ਕੋਈ ਹੋਰ ਧਰਮ, ਉਹਨਾਂ ਦਾ ਜਿਹੜਾ ਸਪਿਰਚੁਅਲ ਸਿੰਬਲ ਹੈ, ਖਾਸ ਤੌਰ 'ਤੇ ਸਿੱਖ ਜਗਤ ਨੂੰ ਇਹ ਮੈਂ ਦੱਸਣਾ ਚਾਹੁੰਦਾ। ਉਸੇ ਸੰਦਰਭ ਦੇ ਵਿੱਚ ਜਿਸ ਨੇ ਮੈਨੂੰ ਬੜਾ ਡਿਸਟਰਬ ਕੀਤਾ, ਭਗਵੰਤ ਮਾਨ ਦੀ ਸਟੇਟਮੈਂਟ ਨੇ, ਜਿਹੜੀ ਬੜੀ ਹੀ ਮਤਲਬ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਹੈ ਔਰ ਸਿੱਖਾਂ ਦੀਆਂ ਫੀਲਿੰਗਸ ਨੂੰ ਹਰਟ ਕਰਨ ਲਈ ਉਹ ਦਿੱਤੀ ਹੋਈ ਸਟੇਟਮੈਂਟ ਹੈ। ਤਾਂ ਉਸ ਦੇ ਵਿੱਚ ਕੀ ਹੈ? ਸਾਰੇ ਉਹਨਾਂ ਧਰਮਾਂ ਦੇ ਵਿੱਚ ਜਿਹੜਾ ਸਪਿਰਚੁਅਲ ਸਿੰਬਲ ਕੀ ਹੈ, ਸਪਿਰਚੁਅਲ ਇਨਸਿਗਨੀਆ ਕੀ ਹੈ? ਉਹ ਹੈ ਮਾਲਾ, ਰੋਜ਼ਰੀ। ਚਾਹੇ ਇਸਲਾਮ ਆ, ਉਹਦੇ ਵਿੱਚ ਵੀ ਰੋਜ਼ਰੀ ਆ। ਇਸੇ ਤਰੀਕੇ ਦੇ ਨਾਲ ਮਾਲਾ ਜਿਸ ਨੂੰ ਕਹਿ ਦਿੰਦੇ ਹੋ ਤੁਸੀਂ, ਇਸੇ ਤਰੀਕੇ ਦੇ ਨਾਲ ਕ੍ਰਿਸਚੈਨਿਟੀ 'ਚ, ਜੂਡਾਇਜ਼ਮ ਦੇ ਵਿੱਚ, ਜੈਨਿਜ਼ਮ 'ਚ, ਬੁੱਧਿਜ਼ਮ 'ਚ, ਸਾਰੇ ਦੁਨੀਆ ਦੇ ਧਰਮਾਂ 'ਚ। ਪਰ ਇੱਥੇ ਖਾਸ ਤੌਰ ਦੇ ਉੱਤੇ ਮੈਂ ਸੁਚੇਤ ਕਰ ਰਿਹਾ ਸਿੱਖ ਜਗਤ ਨੂੰ ਕਿ ਸਾਡਾ ਜਿਹੜਾ ਸਪਿਰਚੁਅਲ ਸਿੰਬਲ ਹੈ ਉਹ ਕਿਰਪਾਨ ਹੈ। ਕਿਰਪਾਨ ਸਾਡਾ ਸਪਿਰਚੁਅਲ ਸਿੰਬਲ ਹੈ। ਅਸੀਂ ਕਿਸੇ ਮਠਾਂ ਵਿੱਚ ਨਹੀਂ ਜਾਣਾ, ਅਸੀਂ ਕਿਸੇ ਜੰਗਲਾਂ ਵਿੱਚ ਨਹੀਂ ਜਾਣਾ, ਅਸੀਂ ਕਿਸੇ ਪਹਾੜਾਂ ਦੀਆਂ ਕੁੰਦਰਾਂ ਦੇ ਵਿੱਚ ਜਾ ਕੇ ਨਹੀਂ ਬੈਠਣਾ। ਅਸੀਂ ਇਸ ਸਮਾਜ ਦੇ ਵਿੱਚ ਰਹਿਣਾ ਔਰ ਇਸ ਸਮਾਜ ਦੇ ਵਿੱਚ ਵਿਚਰਨਾ, ਔਰ ਇਸ ਸਮਾਜ ਦੇ ਵਿੱਚ ਜਿਹੜਾ ਲਤੜਿਆ ਹੋਇਆ ਸਮਾਜ ਦੇ ਨਾਲ ਜਿਸ ਕਿਸਮ ਦੀਆਂ ਬੇਇਨਸਾਫੀਆਂ ਹੋ ਰਹੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਖੜਨਾ। ਕਿਰਪਾਨ ਜਿਹੜੀ ਹੈ ਉਹ ਕਿਸ ਗੱਲ ਦੀ ਸਿੰਬਲ ਹੈ? ਉਹ ਡਿਗਨਿਟੀ ਦੀ ਸਿੰਬਲ ਹੈ, ਉਹ ਆਨਰ ਦੀ ਸਿੰਬਲ ਆ, ਉਹ ਸਿਰ ਉੱਪਰ ਚੱਕ ਕੇ ਗੱਲ ਕਰਨ ਦੀ ਇੱਕ ਇਨਸਿਗਨੀਆ ਹੈ, ਇੱਕ ਮੈਸੇਜ ਹੈ ਜਿਹੜਾ ਦੇ ਰਿਹਾ ਗੁਰੂ ਸਿੱਖ ਨੂੰ। ਬਹੁਤ ਵੱਡੀ ਗੱਲ ਹੈ।
ਬਹੁਤ ਵੱਡਾ ਸਪਿਰਚੁਅਲ ਰੈਵੋਲੂਸ਼ਨ ਹੈ, ਲੈਂਡਮਾਰਕ ਆ ਦੁਨੀਆ ਦੇ ਸਪਿਰਚੁਅਲ ਇਤਿਹਾਸ ਦੇ ਵਿੱਚ। ਔਰ ਇਤਨਾ ਖੂਬਸੂਰਤ ਲੈਂਡਮਾਰਕ ਆ ਜਿਸ ਨੂੰ ਜਿੰਨਾ ਤੁਸੀਂ ਵਿਚਾਰੋਗੇ, ਜਿੰਨਾ ਇਸ ਬਾਰੇ ਸੋਚੋਗੇ ਤਾਂ ਤੁਸੀਂ ਦਗ-ਦਗ ਰਹਿ ਜਾਓਗੇ। ਔਰ ਦੇਖੋ ਤਲਵਾਰ ਦੀ ਕੋਨੋਟੇਸ਼ਨ ਵੀ ਬਦਲ ਦਿੱਤੀ। ਮਹਾਰਾਜ ਨੇ ਤਲਵਾਰ ਸੀ ਨਾ, ਤਲਵਾਰ ਹੈ ਇੱਕ ਸਿੰਬਲ। ਕਿਸ ਗੱਲ ਦਾ ਸਿੰਬਲ ਆ ਕਿ ਦੁਨੀਆ 'ਚ ਤੁਸੀਂ ਜ਼ੁਲਮ ਵੀ ਕਰ ਸਕਦੇ ਹੋ, ਦੁਨੀਆ ਦੇ ਵਿੱਚ ਤੁਸੀਂ ਅਤਿਆਚਾਰ ਵੀ ਕਰ ਸਕਦੇ ਹੋ, ਤੁਸੀਂ ਦੁਨੀਆ 'ਚ ਧੱਕਾ ਵੀ ਕਰ ਸਕਦੇ ਹੋ। ਪਰ ਕਿਰਪਾਨ ਜਿਹੜੀ ਹੈ ਦੈਟ ਇਜ਼ ਏ ਪਾਰਟ ਐਂਡ ਪਾਰਸਲ ਆਫ ਏ ਸਿੱਖ ਦਾ ਜਿਹੜਾ ਖਾਲਸਾ ਹੈ ਉਸ ਦੀ ਜ਼ਿੰਦਗੀ ਦਾ ਪਾਰਟ ਐਂਡ ਪਾਰਸਲ ਆ। ਆਮ ਇੱਕ ਗੱਲ ਕਹੀ ਜਾਂਦੀ ਆ ਜਦੋਂ ਵੀ ਕੋਈ ਲੜਾਈਆਂ ਹੁੰਦੀਆਂ ਦੁਨੀਆ ਦੇ ਵਿੱਚ, ਫੌਜਾਂ ਦੀਆਂ ਜਾਂ ਸਲਤਨਤਾਂ ਦੀਆਂ ਜਾਂ ਰਾਜੇ ਮਹਾਰਾਜਿਆਂ ਦੀਆਂ ਆਪਸ ਦੇ ਵਿੱਚ, ਕਿ ਫਲਾਂ ਫੌਜ ਨੇ ਆਪਣੇ ਜਿਹੜੇ ਹਥਿਆਰ ਆ ਉਹ ਸਿੱਟ ਦਿੱਤੇ, ਫਲਾਂ ਫੌਜ ਨੇ ਆਪਣੇ ਜਿਹੜੇ ਹਥਿਆਰ ਆ ਆਰਮਜ਼ ਆ ਉਹ ਲੇ ਡਾਊਨ ਕਰ ਦਿੱਤੇ ਆ, ਸਰੈਂਡਰ ਕਰ ਦਿੱਤੇ ਅਤੇ ਹਥਿਆਰ ਲੇ ਡਾਊਨ ਕਰਤੇ। ਪਰ ਗੁਰੂ ਦੀ ਗ੍ਰੈਂਜਰ ਦੇਖੋ, ਗੁਰੂ ਦੀ ਯੂਨੀਕਨੈਸ ਦੇਖੋ, ਗੁਰੂ ਦੀ ਗ੍ਰੇਟਨੈਸ ਦੇਖੋ। ਗੁਰੂ ਕਹਿੰਦਾ ਤੂੰ ਕਿਸੇ ਵੀ ਕੀਮਤ ਦੇ ਉੱਤੇ ਸਿੱਖ ਨੂੰ, ਖਾਲਸੇ ਨੂੰ ਸੰਦੇਸ਼ਾ ਦੇ ਰਿਹਾ, ਕਿਸੇ ਵੀ ਕੀਮਤ 'ਤੇ ਆਪਣੇ ਜਿਹੜੇ ਹਥਿਆਰ ਆ ਉਹ ਸਰੈਂਡਰ ਨਹੀਂ ਕਰਨੇ, ਉਹ ਆਪਣੇ ਨਾਲ ਲਾਈ ਰੱਖਣੇ ਆ। ਸਿੱਖ ਇਜ਼ ਇਨਵਿੰਸੀਬਲ, ਸਿੱਖ ਇਜ਼ ਅਨਕੰਕਰੇਬਲ। ਸਾਡੇ ਕੋਲ ਸਵਰੈਨਿਟੀ ਦਾ ਜਿਹੜਾ ਦਿੱਤਾ ਹੋਇਆ ਪ੍ਰਾਈਡ ਆ, ਸਾਡੇ ਕੋਲ ਸਵਰੈਨਿਟੀ ਦਿੱਤੀ ਗੁਰੂ ਨੇ। ਗੁਰੂ ਨੇ ਸਾਨੂੰ ਸੋਵਰਨ ਬਣਾਇਆ। ਤਾਂ ਜੇ ਸੋਵਰਨ ਬਣਾਇਆ ਤਾਂ ਜਿਹੜੀ ਕਿਰਪਾਨ ਹੈ ਇਟ ਇਜ਼ ਏ ਸਪਿਰਚੁਅਲ ਸਿੰਬਲ, ਇਟ ਇਜ਼ ਏ ਪਾਰਟ ਐਂਡ ਪਾਰਸਲ ਆਫ ਐਨੀ ਸਿੱਖ ਔਰ ਵੀ ਫੀਲ ਔਨਰਡ। ਤੋ ਇਸ ਕਰਕੇ ਇਹ ਸਾਡੇ ਟੈਲੈਂਟਸ ਦਾ ਪਾਰਟ ਆ, ਟੈਲੈਂਟਸ ਦਾ। ਤੋ ਇਸ ਗੱਲ ਨੂੰ ਬੇਸਿਕ ਜਿਹੜੀ ਸਾਡੀ ਰਿਸਪੋਂਸੀਬਿਲਿਟੀ ਹੈ ਸਮਾਜ ਦੀ ਤਰਫ ਆ, ਕੁਚਲੇ ਹੋਏ ਸਮਾਜ ਦੀ ਤਰਫ ਆ, ਜਿਹੜਾ ਲਤੜਿਆ ਹੋਇਆ ਸਮਾਜ ਆ ਉਸ ਦੀ ਤਰਫ ਹੈ। ਔਰ ਜੇ ਉਸ ਦੀ ਤਰਫ ਸਾਡੀ ਰਿਸਪੋਂਸੀਬਿਲਿਟੀ ਹੈ ਤਾਂ ਅਸੀਂ ਉਸ ਲਈ ਸਟਰਗਲ ਵੀ ਕਰਨੀ ਹੈ, ਉਸ ਲਈ ਜੱਦੋਜਹਿਦ ਵੀ ਕਰਨਾ। ਜਿਹੜਾ ਉਸ ਦੇ ਉੱਤੇ ਅਤਿਆਚਾਰ ਕਰ ਰਿਹਾ ਉਸ ਦੇ ਵਿਰੋਧ ਦੇ ਵਿੱਚ ਖੜ੍ਹੇ ਹੋਣਾ, ਔਰ ਖੜ੍ਹੇ ਹੋਣਾ ਵਿਦ ਡਿਗਨਿਟੀ, ਖੜ੍ਹੇ ਹੋਣਾ ਵਿਦ ਔਨਰ, ਖੜ੍ਹੇ ਹੋਣਾ ਵਿਦ ਰਿਸਪੈਕਟ। ਤੋ ਇਸ ਕਰਕੇ ਕਿਰਪਾਨ ਜਿਹੜੀ ਹੈ ਉਹ ਬਹੁਤ ਹੀ ਖੂਬਸੂਰਤ ਇੱਕ ਮੈਸੇਜ ਹੈ, ਯੂਨੀਵਰਸਲ ਮੈਸੇਜ ਹੈ। ਕਿਸੇ ਦੂਸਰੇ ਧਰਮ ਦੇ ਵਿੱਚ, ਦੁਨੀਆ ਦੇ ਕਿਸੇ ਦੂਸਰੇ ਧਰਮ ਦੇ ਵਿੱਚ ਰੋਜ਼ਰੀ ਆ, ਮਾਲਾ ਹੈ, ਸਪਿਰਚੁਅਲ ਸਿੰਬਲ। ਪਰ ਸਿੱਖ ਧਰਮ ਦੇ ਵਿੱਚ ਰੋਜ਼ਰੀ ਨਹੀਂ ਹੈ, ਅਸੀਂ ਮਾਲਾ ਗਲ ਦੇ ਵਿੱਚ ਇਹਦਾ ਇੱਕ ਬੜਾ ਵੱਡਾ ਸੰਦੇਸ਼ ਆ ਜਿਹੜਾ ਭਗਵੰਤ ਮਾਨ ਨਹੀਂ ਸਮਝ ਸਕਦਾ, ਕਿਉਂਕਿ ਉਸ ਦੇ 'ਚ ਇਸ ਕਿਸਮ ਦਾ ਇੰਟੈਲੈਕਟ ਨਹੀਂ, ਉਸ ਦੀ ਇਸ ਕਿਸਮ ਦੀ ਐਜੂਕੇਸ਼ਨ ਨਹੀਂ। ਕੀ ਹੈ, ਜੇ ਤੁਹਾਡੇ ਗਲ ਦੇ ਵਿੱਚ ਗੁਰੂ ਨੇ ਕਿਰਪਾਨ ਪਾ ਦਿੱਤੀ ਹੈ ਤਾਂ ਤੁਸੀਂ ਭਗਵੇਂ ਕੱਪੜੇ ਪਾ ਕੇ, ਕਲਮੰਡਲ ਹੱਥ ਵਿੱਚ ਫੜ ਕੇ, ਗਲ ਦੇ ਵਿੱਚ ਮਾਲਾ ਪਾ ਕੇ, ਦਰ ਦੇ ਵਿੱਚ ਮੰਗਤੇ ਬਣ ਕੇ ਭੀਖ ਨਹੀਂ ਮੰਗੋਗੇ। ਤੁਸੀਂ ਜੰਗਲਾਂ ਦੇ ਵਿੱਚ ਜਾ ਕੇ ਰੱਬ ਦੀ ਭਾਲ ਨਹੀਂ ਕਰੋਗੇ, ਤੁਸੀਂ ਪਹਾੜਾਂ ਦੀਆਂ ਕੁੰਦਰਾਂ ਦੇ ਵਿੱਚ ਬੈਠ ਕੇ ਰੱਬ ਦੀ ਭਾਲ ਨਹੀਂ ਕਰੋਗੇ ਔਰ ਸਮਾਜ ਦੀ ਭਲਾਈ ਨਹੀਂ ਕਰ ਸਕਦੇ। ਤੁਸੀਂ ਮੱਠਾਂ ਦੇ ਵਿੱਚ ਬੈਠ ਕੇ ਲਤੜੇ ਹੋਏ ਸਮਾਜ, ਕੁਚਲੇ ਹੋਏ ਸਮਾਜ, ਅਤਿਆਚਾਰ ਹੋ ਰਿਹਾ ਜਿਸ ਸਮਾਜ 'ਤੇ, ਉਸ ਦਾ ਕੁਛ ਨਹੀਂ ਸਵਾਰ ਸਕਦੇ। ਤੋ ਗੁਰੂ ਨੇ ਕਿੱਡੀ ਬੜੀ ਯੂਨੀਕ ਗ੍ਰੇਟਨੈਸ ਇਨ ਦੀ ਹਿਸਟਰੀ ਆਫ ਮੈਨਕਾਇੰਡ, ਸਾਰੀ ਦੁਨੀਆ ਦੇ ਮਾਨਵਤਾ ਦੇ ਇਤਿਹਾਸ ਦੇ ਵਿੱਚ ਇੱਕ ਐਸਾ ਮੈਸੇਜ ਹੈ, ਇੱਕ ਐਸਾ ਸੰਦੇਸ਼ ਹੈ ਜਿਹੜਾ ਗੁਰੂ ਨੇ ਤੁਹਾਨੂੰ ਦਿੱਤਾ। ਕਿੰਨੀ ਖੂਬਸੂਰਤ ਹੈ, ਤੁਹਾਨੂੰ ਸੋਵਰਨ ਬਣਾ ਦਿੱਤਾ। ਤੁਸੀਂ ਇਨਵਿੰਸੀਬਲ ਹੋ, ਤੁਸੀਂ ਅਨਕੰਕਰੇਬਲ ਹੋ, ਤੁਸੀਂ ਔਨਰੇਬਲ ਹੋ। ਤੋ ਇਸ ਕਰਕੇ ਇਸ ਕਿਸਮ ਦੀ ਬੇਤੁਕੀ ਔਰ ਜਿਸ ਦੀ ਕੋਈ ਮਤਲਬ ਸਮਝ ਨਾ ਹੋਵੇ, ਜਿਸ ਦਾ ਕੋਈ ਬੁਨਿਆਦ ਨਾ ਹੋਵੇ, ਇਸ ਕਿਸਮ ਦੀ ਸਟੇਟਮੈਂਟ ਦੇ ਦੇਣੀ, ਮੈਂ ਸਮਝਦਾ ਸਿੱਖਾਂ ਦੇ ਜਿਹੜੇ ਸਿੱਖੀ ਨੂੰ ਸਮਝਣ ਵਾਲੇ ਆ ਉਹਨਾਂ ਦੇ ਜਿਹੜੇ ਹਿਰਦੇ ਆ ਉਹ ਵਲੂੰਦਰੇ ਗਏ ਆ। ਮੈਂ ਕਹਿੰਦਾ ਲੱਖ ਕਹੋ ਤੁਸੀਂ ਸਿਮਰਜੀਤ ਮਾਨ ਦੇ ਪਰਸਨਲੀ ਉਹਦੇ ਖਿਲਾਫ ਜੋ ਮਰਜ਼ੀ ਕਹੀ ਜਾਓ, ਮੇਰਾ ਇਸ ਦੇ ਨਾਲ ਕੋਈ ਸਰੋਕਾਰ ਨਹੀਂ। ਪਰ ਜਦੋਂ ਤੁਸੀਂ ਕਿਰਪਾਨ ਦੇ ਉੱਤੇ ਇਸ ਕਿਸਮ ਦਾ ਬੇਬੁਨਿਆਦ ਅਟੈਕ ਕਰੋਗੇ ਤਾਂ ਇਸ ਦੇ ਨਾਲ ਸਿਮਰਜੀਤ ਮਾਨ ਦਾ, ਇੱਕ ਇੰਡੀਵਿਜੂਅਲ ਦਾ ਕੁਛ ਵਿਗੜਨ ਵਾਲਾ ਨਹੀਂ। ਪਰ ਸਿੱਖ ਜਿਹੜੇ ਹੈਗੇ ਆ, ਜਿਹੜੇ ਸਿੱਖੀ ਨੂੰ ਸਮਰਪਿਤ ਹੈਗੇ ਆ, ਸਿੱਖ ਸਿਧਾਂਤਾਂ ਨੂੰ ਸਮਰਪਿਤ ਆ, ਉਹਨਾਂ ਦੇ ਹਿਰਦੇ ਜ਼ਰੂਰ ਤੋਂ ਜ਼ਰੂਰ ਬਲੂੰਦਰੇ ਜਾਂਦੇ ਆ। ਤੋ ਇਸ ਕਰਕੇ ਮੈਂ ਆਪ ਬਹੁਤ ਇਸ ਚੀਜ਼ ਤੋਂ ਅਪਸੈਟ ਹੋਇਆ ਭਗਵੰਤ ਮਾਨ ਦੀ ਇਸ ਸਟੇਟਮੈਂਟ ਤੋਂ, ਔਰ ਮੈਨੂੰ ਇਹ ਗੱਲ ਕਲੈਰੀਫਾਈ ਕਰਨੀ ਪਈ। ਤੋ ਮੈਂ ਹੁਣ ਬ੍ਰੇਨ ਔਨ TV ਦੇ ਸਰੋਤਿਆਂ ਰਾਹੀਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਇਸ ਕਿਸਮ ਦੀ ਬੇਤੁਕੀ
ਗੱਲ ਅੱਗੇ ਤੋਂ ਕਦੇ ਨਾ ਕਰੇ ਭਗਵੰਤ ਮਾਨ। ਮੈਂ ਉਸ ਨੂੰ ਸੁਚੇਤ ਕਰ ਰਿਹਾ। ਔਰ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਆਰਟੀਕਲ 25 ਦੇ ਵਿੱਚ ਮੈਂ ਦੱਸਣਾ ਚਾਹੁੰਦਾ ਭਗਵੰਤ ਮਾਨ ਨੂੰ, ਆਰਟੀਕਲ 25 ਦੇ 'ਚ ਜਿਹੜਾ ਫਰੀਡਮ ਆਫ ਐਕਸਪ੍ਰੈਸ਼ਨ ਆਫ ਰਿਲੀਜਨ ਦੀ ਗੱਲ ਆ, ਉਹਦੇ 'ਚ ਫਰੀਡਮ ਆਫ ਪੋਸੈਸ਼ਨ ਆਫ ਕਿਰਪਾਨ, ਔਰ ਉਹਦਾ ਕੋਈ ਵੀ ਸਾਈਜ਼ ਹੋ ਸਕਦਾ। ਮੈਂ ਇੱਥੇ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ, SM ਸੀਰਵੀ ਸੀ ਜਿਸ ਨੇ 21 ਵੋਲੀਅਮਸ ਦੀ ਕਮੈਂਟਰੀ ਲਿਖੀ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਉੱਤੇ। ਔਰ ਜਦੋਂ ਉਹਨੇ ਇੰਡੀਅਨ ਕਨਸਟੀਟਿਊਸ਼ਨ ਦੀ ਕਮੈਂਟਰੀ ਲਿਖੀ, ਜਿਹੜਾ ਕਿ ਬਹੁਤ ਹੀ ਮਤਲਬ ਇੰਡੀਅਨ ਕਨਸਟੀਟਿਊਸ਼ਨ ਦਾ ਐਕਸਪਰਟ ਸੀ, ਅਥਾਰਟੀ ਸੀ ਰਾਦਰ, ਉਸ ਨੇ ਇਹ ਵੀ ਕਿਹਾ ਆਪਣੀ ਉਹਦੇ 'ਚ, ਮੈਂ ਆਪਣੀ ਕਿਤਾਬ ਦੇ ਵਿੱਚ ਵੀ ਇਹ ਚੀਜ਼ ਲਿਖੀ ਹੋਈ ਆ ਕਿ ਕਿਰਪਾਨ ਜਿਹੜੀ 3 ਇੰਚ ਤੋਂ ਲੈ ਕੇ 6 ਇੰਚ ਤੋਂ ਲੈ ਕੇ 3 ਫੁੱਟ ਤੱਕ ਜਿੰਨੀ ਵੀ ਮਰਜ਼ੀ ਹੋ ਸਕਦੀ ਆ, ਇਸ ਦੇ ਉੱਤੇ ਸਰਕਾਰ ਕੋਈ ਬੰਦਿਸ਼ ਨਹੀਂ ਲਗਾ ਸਕਦੀ। ਔਰ ਮੈਂ ਦੱਸਣਾ ਚਾਹੁੰਦਾ ਇਹਦਾ ਬਹੁਤ ਬੜਾ ਇਤਿਹਾਸ ਆ। ਸਿੱਖਾਂ ਨੇ ਬਹੁਤ ਸਟਰਗਲ ਕੀਤੀ ਆ ਪ੍ਰੀ ਪਾਰਟੀਸ਼ਨ ਡੇਜ਼ ਦੇ ਵਿੱਚ, ਅੰਗਰੇਜ਼ਾਂ ਦੇ ਪੀਰੀਅਡ ਦੇ ਵਿੱਚ ਸਿੱਖਾਂ ਨੇ ਇਸ ਦੇ ਉੱਤੇ ਸ਼ਹਾਦਤਾਂ ਦਿੱਤੀਆਂ, ਸਿੱਖਾਂ ਨੇ ਕਿਰਪਾਨ ਦੇ ਉੱਤੇ ਮੋਰਚੇ ਲਾਏ ਆ, ਸਿੱਖਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ ਇਸ ਕਿਰਪਾਨ ਦੇ ਇਸ਼ੂ ਦੇ ਉੱਤੇ। ਤੋ ਇਸ ਕਰਕੇ ਬਗੈਰ ਸਮਝੇ, ਬਗੈਰ ਵਿਚਾਰੇ, ਬਗੈਰ ਇਸ ਗੱਲ ਨੂੰ ਮਤਲਬ ਇਸ ਗੱਲ ਦੀ ਤਹਿ ਤੱਕ ਪਹੁੰਚੇ, ਇਸ ਕਿਸਮ ਦੀ ਬੇਹੂਦਾ ਤੇ ਬੇਬੁਨਿਆਦ ਸਟੇਟਮੈਂਟ ਦੇਣੀ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਣ ਵਾਲੀ ਗੱਲ ਆ। ਇਹਦਾ ਤਾਂ ਬਹੁਤ ਵੱਡਾ ਇਤਿਹਾਸ ਆ। ਪ੍ਰਿੰਸੀਪਲ ਤੇਜਾ ਸਿੰਘ ਦੀ ਕਿਤਾਬ ਹੈ ਐਸੇਜ਼ ਔਨ ਸਿੱਖਿਜ਼ਮ, ਉਸ ਦੇ ਵਿੱਚ ਉਸਨੇ ਕਿਰਪਾਨ ਦੇ ਉੱਤੇ ਇੱਕ ਬਹੁਤ ਖੂਬਸੂਰਤ ਐਸੇ ਲਿਖਿਆ ਹੋਇਆ। ਉਸ ਨੇ ਸਾਰੀ ਇਤਿਹਾਸਿਕ ਡਿਟੇਲ ਦਿੱਤੀ ਆ ਕਿ ਕਿਸ ਤਰੀਕੇ ਨਾਲ ਸਿੱਖਾਂ ਨੇ ਬ੍ਰਿਟਿਸ਼ ਪੀਰੀਅਡ ਦੇ ਵਿੱਚ ਔਰ ਉਸ ਤੋਂ ਪਹਿਲਾਂ ਕਿੰਨੀਆਂ ਕਿਰਪਾਨ ਦੇ ਉੱਤੇ ਸ਼ਹਾਦਤਾਂ ਦਿੱਤੀਆਂ, ਕਿੰਨੇ ਲੋਕਾਂ ਨੇ ਆਪਣੀਆਂ ਨੌਕਰੀਆਂ ਗਵਾਈਆਂ, ਕਿੰਨੇ ਲੋਕਾਂ ਨੇ ਆਪਣੇ ਬਿਜ਼ਨਸ ਕੁਰਬਾਨ ਕਰ ਦਿੱਤੇ ਇਸ ਗੱਲ ਦੇ ਉੱਤੇ। ਤੋ ਇਸ ਗੱਲ ਨੂੰ ਮਤਲਬ ਐਵੇਂ ਮਤਲਬ ਬੇਫਜ਼ੂਲਾ ਉਹ ਮਤਲਬ ਇਸ ਕਿਸਮ ਦਾ ਆਊਟਬਸਟ ਕਰ ਦੇਣਾ ਜਿਸ ਦੀ ਕੋਈ ਬੁਨਿਆਦ ਨਹੀਂ, ਜਿਸ ਦਾ ਕੋਈ ਆਧਾਰ ਨਹੀਂ, ਕਿਸ ਨੂੰ ਤੂੰ ਖੁਸ਼ ਕਰ ਰਿਹਾ। ਤੋ ਇਹ ਗੱਲ ਸੋਚਣ ਵਾਲੀ ਆ। ਮੈਂ ਫੇਰ ਦੁਬਾਰਾ ਅਖੀਰ ਦੇ ਵਿੱਚ ਇਹੀ ਗੱਲ ਕਹਿ ਰਿਹਾ ਕਿ ਇਹ ਬਹੁਤ ਵੱਡੀ ਗੱਲ ਹੈ। ਕਿਸ ਗੱਲ ਦੇ ਵਿਰੋਧ ਦੇ ਵਿੱਚ ਆ ਕਿਰਪਾਨ? ਮੋਨਾਸਟਿਸਿਜ਼ਮ ਜਿਹੜਾ ਹੈ, ਮੋਨਾਸਟਰੀਆਂ ਦੇ ਵਿੱਚ ਰਹਿਣਾ, ਐਸੈਟਿਸਿਜ਼ਮ ਜਾ ਕੇ ਦੁਨੀਆ ਦਾ ਤਿਆਗ ਕਰ ਦੇਣਾ, ਇਸੇ ਤਰੀਕੇ ਨਾਲ ਐਸਕੇਪਿਜ਼ਮ ਦੁਨੀਆ ਤੋਂ ਡਰ ਕੇ ਭੱਜ ਜਾਣਾ। ਤੋ ਇਹ ਸਾਰੀ ਇਸ ਦੇ ਵਿਰੋਧ ਦੇ ਵਿੱਚ ਕਿਰਪਾਨ ਦਿੱਤੀ ਗੁਰੂ ਨੇ। ਜੇ ਕਿਰਪਾਨ ਦਿੱਤੀ ਆ ਤਾਂ ਐਸਕੇਪਿਜ਼ਮ ਹੋ ਨਹੀਂ ਸਕਦਾ, ਮੋਨਾਸਟਿਸਿਜ਼ਮ ਹੋ ਨਹੀਂ ਸਕਦਾ, ਐਸੈਟਿਸਿਜ਼ਮ ਹੋ ਨਹੀਂ ਸਕਦਾ। ਤੋ ਇਸ ਕਰਕੇ ਬਹੁਤ ਵੱਡੇ ਇਸ ਦੇ ਆਦੇਸ਼ ਹੈ, ਬਹੁਤ ਵੱਡੇ ਇਸ ਦੇ ਯਾਨੀ ਮੈਸੇਜਸ ਹੈਗੇ, ਜਿਨ੍ਹਾਂ ਮੈਸੇਜ ਦੇ ਵਿੱਚ ਬਹੁਤ ਸਾਰੇ ਗ੍ਰੰਥ ਲਿਖੇ ਹੋਏ, ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ, ਬਹੁਤ ਵਿਦਵਾਨਾਂ ਨੇ ਇਸ ਦੇ ਉੱਤੇ ਆਪਣੇ ਵਿਚਾਰ ਦਿੱਤੇ ਆ। ਡਿਬੇਟ ਹੋਈ ਹੈ ਸਾਰੀ ਦੁਨੀਆ ਦੇ ਵਿੱਚ, ਅੱਜ ਇੱਥੇ ਹੀ ਨਹੀਂ ਇਸ ਮੁਲਕ ਦੇ ਵਿੱਚ। ਇਹ ਕੋਈ ਇਸ ਮੁਲਕ ਨੇ ਸਾਨੂੰ ਖੈਰਾਤ ਨਹੀਂ ਪਾਈ। ਕਿਰਪਾਨ ਦਾ ਰਾਈਟ ਦੇ ਕੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਿੱਖਾਂ ਨੂੰ ਕੋਈ ਕੰਸੈਸ਼ਨ ਨਹੀਂ ਦਿੱਤਾ। ਜਿਹੜੇ ਇੰਡੀਅਨ ਕਨਸਟੀਟਿਊਸ਼ਨ ਬਣਾਉਣ ਵਾਲੇ ਸੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਸੀ, ਸੂਝ ਸੀ ਕਿ ਸਿੱਖਾਂ ਦਾ ਇਹ ਇੱਕ ਸਪਿਰਿਚੁਅਲ ਸਿੰਬਲ ਆ, ਧਾਰਮਿਕ ਸਿੰਬਲ ਹੈ, ਧਾਰਮਿਕ ਇਨਸਿਗਨੀਆ ਹੈ। ਇਸ ਨੂੰ ਜੇ ਨਾ ਅਸੀਂ ਰੱਖਾਂਗੇ ਇਸ ਦੇ ਸਿੱਖਾਂ ਦੇ ਅਧਿਕਾਰ ਖੇਤਰ ਦੇ ਵਿੱਚ ਤਾਂ ਇੱਕ ਬੜੀ ਬਗਾਵਤ ਹੋ ਸਕਦੀ ਹੈ ਸਿੱਖਾਂ ਕੋਲੋਂ। ਤੋ ਤੁਸੀਂ ਇਸ ਕਿਸਮ ਦੀ ਪੰਜਾਬ ਦੀ ਚੀਫ ਮਿਨਿਸਟਰੀ ਮਿਲੀ ਆ, ਤੂੰ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ, ਗੱਲ ਦੀ ਤਹਿ ਤੱਕ ਪਹੁੰਚਣ ਦੀ ਕਿਸੇ ਗਿਆਨਵਾਨ ਨਾਲ, ਕਿਸੇ ਸੂਝਵਾਨ ਨਾਲ ਗੱਲ ਕਰਕੇ ਦੇਖ, ਫਿਰ ਤੈਨੂੰ ਪਤਾ ਲੱਗੇਗਾ ਵੀ ਇਹ ਕਿੱਡੀ ਵੱਡੀ ਗੱਲ ਆ। ਤੋ ਇਸ ਕਰਕੇ ਜਿਹੜੀ ਮੀਰੀ ਪੀਰੀ ਦਾ ਆਧਾਰ ਹੈ ਇਸ ਦੇ ਵਿੱਚ, ਇਹਦੇ ਵਿੱਚ ਇਹ ਆ ਵੀ ਅਸੀਂ ਕੋਈ ਚੀਜ਼ ਮਤਲਬ ਇਸ ਦੁਨੀਆ ਨੂੰ ਤਿਆਗਣਾ ਨਹੀਂ, ਇਸ ਦੁਨੀਆ ਦੇ ਵਿੱਚ ਰਹਿਣਾ ਹੈ, ਇਸ ਦੁਨੀਆ ਦੇ ਵਿੱਚ ਵਿਚਰਨਾ ਹੈ। ਇਹ ਦੁਨੀਆ ਦੇ ਵਿੱਚ ਜਿਹੜਾ ਜ਼ੁਲਮ ਸਿਤਮ ਹੋ ਰਿਹਾ ਉਸ ਨੂੰ, ਉਸ ਦੇ ਖਿਲਾਫ ਅਸੀਂ ਲੜਨਾ ਹੈ, ਜੱਦੋ ਜਹਿਦ ਕਰਨੀ ਹੈ। ਤੋ ਮਹਾਰਾਜ ਕਿਰਪਾਨ ਸਾਡਾ ਮਤਲਬ ਸਮਝੋ ਵੀ ਸਾਡਾ ਈਮਾਨ ਹੈ, ਸਾਡੀ ਡਿਗਨਿਟੀ ਹੈ, ਸਾਡੀ ਗ੍ਰੇਸ ਹੈ, ਸਾਡੀ ਯੂਨੀਕਨੈਸ ਹੈ। ਸਾਡੇ ਗੁਰੂ ਨੇ ਸਾਨੂੰ ਇੱਕ ਇਸ ਕਿਸਮ ਦਾ ਤਾਜ ਬਖਸ਼ਿਆ। ਹਰ ਇੱਕ ਜਿਹੜਾ ਸਿੱਖ ਹੈ ਉਹ ਸੋਵਰਨ ਹੈ ਕਿਰਪਾਨ ਦੇ ਆਧਾਰ ਦੇ ਉੱਤੇ। ਤੋ ਇਸ ਕਿਸਮ ਦੀ ਗੱਲ ਕਰ ਦੇਣੀ, ਕਿੰਨੀਆਂ ਕਿਤਾਬਾਂ, ਕਿੰਨੇ ਵਿਦਵਾਨਾਂ ਨੇ ਕੀ ਕੁਛ ਲਿਖਿਆ, ਕਿੰਨੀਆਂ ਇਸ ਦੀਆਂ ਡਿਬੇਟਾਂ ਹੋਈਆਂ, ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਹੋਈਆਂ, ਸਮਝੇ ਕਿ ਨਹੀਂ। ਤੋ ਸਾਰੀ ਦੁਨੀਆ ਦੇ ਵੱਡੇ ਵੱਡੇ ਲੈਜਿਸਲੇਚਰਸ ਦੇ ਵਿੱਚ ਕਿਰਪਾਨ, ਸਿੱਖਾਂ ਦੀ ਕਿਰਪਾਨ ਦੇ ਉੱਤੇ
ਬਹੁਤ ਬੜੀਆਂ ਡਿਬੇਟਾਂ ਹੋਈਆਂ, ਬੜੇ ਵਿਦਵਾਨਾਂ ਨੇ, ਬੜੇ ਸਿਆਸਤਦਾਨਾਂ ਨੇ, ਬੜੇ ਵਿਚਾਰਵਾਨਾਂ ਨੇ ਇਸ ਦੇ ਉੱਤੇ ਵਿਚਾਰ ਰੱਖੇ ਆ। ਭਗਵੰਤ ਮਾਨ, ਤੁਹਾਡੇ ਕੋਲ ਇਸ ਕਿਸਮ ਦਾ ਇੰਟੈਲੈਕਟ ਨਹੀਂ ਹੈ, ਤਾਂ ਜੇ ਇੰਟੈਲੈਕਟ ਨਹੀਂ ਤਾਂ ਇਸ ਕਿਸਮ ਦੀ ਬੇਤੁਕੀ ਗੱਲ ਮਤ ਕਰਿਆ ਕਰੋ ਜਿਸ ਦੇ ਨਾਲ ਸਿੱਖਾਂ ਦੇ ਜਿਹੜੇ ਹਿਰਦੇ ਆ ਵਲੂੰਦਰੇ ਜਾਣ, ਸਿੱਖਾਂ ਦੀ ਮਾਨਸਿਕਤਾ ਨੂੰ ਸੱਟ ਵੱਜੇ। ਤਾਂ ਇਸ ਕਰਕੇ ਮੇਰੀ ਇਹੀ ਬੇਨਤੀ ਆ। ਮੇਰਾ ਇਲੈਕਸ਼ਨ ਦੇ ਨਾਲ ਕੋਈ ਮਤਲਬ ਨਹੀਂ, ਪਰ ਮੇਰਾ ਇਸ ਗੱਲ ਦਾ ਬਹੁਤ ਦੁਖਾਂਤ ਆ ਜਿਸ ਕਿਸਮ ਦੀ ਬੇਤੁਕੀ ਔਰ ਗੈਰ ਜ਼ਿੰਮੇਵਾਰਾਨਾ ਸਟੇਟਮੈਂਟ ਭਗਵੰਤ ਮਾਨ ਚੀਫ ਮਿਨਿਸਟਰ ਨੇ ਕਿਰਪਾਨ ਦੇ ਉੱਤੇ ਦਿੱਤੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।